ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣੇ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਸਿੱਧੇ ਸਵਾਲ ਪ੍ਰੋਗਰਾਮ 'ਚ ਅੱਜ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਜਿਸ ਤਰੀਕੇ ਦੇ ਨਾਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਸੁਪਰੀਮ ਕੋਰਟ ਤੋਂ ਕੇਂਦਰ ਸਰਕਾਰ ਨੂੰ ਫਟਕਾਰਾਂ ਪੈ ਰਹੀਆਂ ਨੇ, ਪਰ ਫਿਰ ਵੀ ਕੋਰੋਨਾ ਦੇ ਨਾਮ ਤੇ ਸਿਆਸਤ ਜਿਹੜੀ ਹੈ ਉਹ ਲਗਾਤਾਰ ਭਖੀ ਹੋਈ। ਸੂਬਿਆਂ ਦੇ ਰੇਟ ਹੋਰ ਨੇ, ਕੇਂਦਰ ਸਰਕਾਰ ਨੂੰ ਰੇਟ ਹੋਰ ਦਿੱਤਾ ਜਾ ਰਿਹਾ ਹੈ। ਮਤਲਬ ਕਿ ਇੱਕ ਦਵਾਈ ਦੇ ਉੱਤੇ ਵੀ ਇਨਸਾਨੀਅਤ ਦੇ ਨਾਮ ਦੇ ਉੱਤੇ ਖਿਲਵਾੜ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ, ਲੋਕਾਂ ਦੀ ਸਿਹਤ ਦੇ ਨਾਲ, ਜਿਹੜੇ ਲੋਕ ਇਹ ਉਮੀਦ ਕਰਦੇ ਸੀ ਕਿ ਅਸੀਂ ਸਰਕਾਰ ਨੂੰ ਚੁਣ ਕੇ ਸੱਤਾ ਦੇ ਵਿੱਚ ਭੇਜਿਆ ਤੇ ਸ਼ਾਇਦ ਸਰਕਾਰ ਕਿਤੇ ਸਾਡੇ ਕੰਮ ਆਏ, ਪਰ ਅੱਜ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਇਹਦੇ ਉੱਤੇ ਚਿੰਤਾ ਕਰਨੀ ਲਾਜ਼ਮੀ ਹੈ। ਅਸੀਂ ਗੱਲਬਾਤ ਕਰਾਂਗੇ ਇਸ ਉੱਤੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਲੋਕ ਰਾਣੇ ਚੈਨਲ ਪੰਜਾਬੀ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਕੋਰੋਨਾ ਦੇ ਹਾਲਾਤ? ਸਭ ਤੋਂ ਪਹਿਲਾਂ ਆਪਾਂ ਸੁਪਰੀਮ ਕੋਰਟ ਦੇ ਉਸ ਮਤਲਬ ਕਿ ਫਟਕਾਰ ਦੀ ਗੱਲ ਕਰੀਏ, ਜਿਹੜੇ ਆਦੇਸ਼ ਸੁਪਰੀਮ ਕੋਰਟ ਨੇ ਨਵੇਂ ਦਿੱਤੇ। ਹਾਲਾਂਕਿ ਅੱਜ 10 ਵਜੇ ਜਿਹੜੀ ਉਹਦੀ ਕਾਪੀ ਜਿਹੜੀ ਹੈ ਉਹ ਸੁਪਰੀਮ ਕੋਰਟ ਨੇ ਕਿਹਾ ਉਸ ਫੈਸਲੇ ਦੇ ਜਿਹੜਾ ਮੁਕੰਮਲ ਫੈਸਲਾ ਉਹ ਆ ਜਾਏਗਾ, ਪਰ ਜਿਹੜੀ ਫਟਕਾਰ ਸੁਪਰੀਮ ਕੋਰਟ ਨੇ ਕੱਲ ਪਾਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕੀ ਕੁਝ ਸਰਕਾਰਾਂ ਨੂੰ ਆਦੇਸ਼ ਦਿੱਤੇ ਗਏ ਤੇ ਕੀ ਕੁਝ ਕਿਹਾ ਗਿਆ? ਸੁਖਵਿੰਦਰ ਜੀ, ਜਦੋਂ ਕੋਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਕੋਈ ਵੀ ਕੋਰਟ ਸਰਕਾਰਾਂ ਨੂੰ ਜਾਂ ਪੂਰੇ ਸਿਸਟਮ ਦੇ ਉੱਤੇ ਲਾਹਨਤਾਂ ਪਾਉਂਦੀ ਹੈ, ਤਾਂ ਇਹਦਾ ਮਤਲਬ ਹੈ ਕਿ ਅਸੀਂ ਬਹੁਤ ਹੀ ਇੱਕ ਮਾੜੇ ਸਿਸਟਮ ਦੇ ਵਿੱਚ ਰਹਿ ਰਹੇ ਹਾਂ। ਸੋ ਤੁਸੀਂ ਦੇਖੋਗੇ ਕਿ ਇਸ ਤੋਂ ਵੀ ਪਹਿਲਾਂ ਆਪਾਂ ਦੇਖਿਆ ਕਿ ਜਿਹੜੀਆਂ ਵੱਖ-ਵੱਖ ਸਟੇਟਾਂ ਦੀਆਂ ਹਾਈ ਕੋਰਟ ਸੀਗੀਆਂ, ਚਾਹੇ ਉਹ ਯੂਪੀ ਦੀਆਂ ਹਾਈ ਕੋਰਟ ਹੋਵੇ ਜਾਂ ਹੋਰ ਹਾਈ ਕੋਰਟਸ ਹੋਣ, ਦਿੱਲੀ ਦੀ ਹਾਈ ਕੋਰਟ ਹੋਵੇ, ਉਹਦੇ ਵਿੱਚ ਲਗਾਤਾਰ ਉਹ ਆਪਣੀਆਂ ਸਰਕਾਰਾਂ ਨੂੰ ਲਾਹਨਤਾਂ ਪਾ ਰਹੀਆਂ ਨੇ ਕਿ ਭਾਈ ਇੱਥੇ ਤੁਹਾਡੀ ਗਲਤੀ ਹੈ, ਇੱਥੇ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਲੋਕ ਅੱਜ ਤਰਾਹ-ਤਰਾਹ ਕਰ ਰਹੇ ਨੇ, ਔਰ ਆਪਾਂ ਨੂੰ ਵੀ ਪਤਾ ਸੁਖਵਿੰਦਰ ਜੀ ਕਿ ਲਗਭਗ 1.5 ਸਾਲ ਤੋਂ ਉੱਪਰ ਹੋ ਗਿਆ ਕਿ ਇਹ ਜਦੋਂ ਕਰੋਨਾ ਦੀ ਮਹਾਮਾਰੀ ਸ਼ੁਰੂ ਹੋਈ ਸੀ, ਤੁਹਾਨੂੰ ਵੀ ਯਾਦ ਹੋਏਗਾ ਕਿ ਪਿਛਲੇ ਵਾਰੀ ਬਿਨਾਂ ਕਿਸੇ ਤਿਆਰੀ ਤੋਂ ਲੋਕਡਾਊਨ ਕੇਂਦਰ ਸਰਕਾਰ ਨੇ ਲਾਤਾ, ਔਰ ਉਹਦੇ ਵਿੱਚ ਲੱਖਾਂ ਮਜ਼ਦੂਰ, ਕਿਸਾਨ ਜਾਂ ਹੋਰ ਜਿਹੜੇ ਆਮ ਲੋਕ ਸੀਗੇ ਉਹ ਵਿਚਾਰੇ ਮਾਰੇ ਫਿਰੇ, ਬਹੁਤ ਸਾਰਿਆਂ ਦੀਆਂ ਜਾਨਾਂ ਚਲੀਆਂ ਗਈਆਂ, ਬਹੁਤ ਸਾਰੇ ਬੱਚੇ ਜਿਹੜੇ ਸੀਗੇ ਵਿਲਕਦੇ ਸੀ ਸੜਕਾਂ ਦੇ ਉੱਤੇ, ਔਰ ਆਪਾਂ ਨੇ ਸਾਰੇ ਉਹ ਦ੍ਰਿਸ਼ ਟੀਵੀਆਂ ਦੇ ਉੱਤੇ ਆਪਾਂ ਸਾਰਿਆਂ ਨੇ ਦੇਖੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਅਸੀਂ ਸਾਡੀ ਜਿਹੜੀ ਸਰਕਾਰ ਹੈ, ਕੇਂਦਰ ਸਰਕਾਰ ਦੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਪਾਸੇ ਮੂਰਤੀਆਂ ਦੇ ਉੱਤੇ ਅਰਬਾਂ ਰੁਪਇਆ ਖਰਚਿਆ ਜਾ ਰਿਹਾ ਹੈ, ਇੱਕ ਪਾਸੇ ਮੋਦੀ ਸਾਹਿਬ ਦਾ ਜਿਹੜਾ ਜਹਾਜ਼ ਹੈ ਉਹਦੇ ਉੱਤੇ ਕਰੋੜਾਂ ਰੁਪਏ ਦਾ ਖਰਚ ਕੀਤਾ ਜਾ ਰਿਹਾ ਹੈ, ਇੱਕ ਪਾਸੇ ਨਵੀਂ ਪਾਰਲੀਮੈਂਟ ਦੇ ਉੱਤੇ 20,000 ਕਰੋੜ ਰੁਪਈਆ ਜਿਹੜਾ ਹੈਗਾ ਉਹ ਲੋਕਾਂ ਦੇ ਟੈਕਸ ਦਾ ਖਰਚਿਆ ਜਾ ਰਿਹਾ ਹੈ। ਦੂਜੇ ਪਾਸੇ ਆਪਾਂ ਦੇਖ ਰਹੇ ਹਾਂ ਕਿ ਇਸ ਮਹਾਮਾਰੀ ਦੇ ਪੱਖੋਂ ਔਰ ਵੈਕਸੀਨ ਦੇ ਜਿਹੜਾ ਹੈਗਾ ਉਹਦੀ ਘਾਟ ਕਰਕੇ ਔਰ ਆਕਸੀਜਨ ਦੀ ਘਾਟ ਕਰਕੇ ਲੋਕ ਹਸਪਤਾਲਾਂ ਦੇ ਵਿੱਚ ਤਰਾਹ ਕਰ ਰਹੇ ਨੇ। ਚਾਹੇ ਤੁਸੀਂ ਕਿਸੇ ਵੀ ਸਟੇਟ ਦੀ ਗੱਲ ਕਰ ਲਓ, ਤੁਸੀਂ ਪੰਜਾਬ ਦੀ ਗੱਲ ਕਰ ਲਓ, ਤੁਸੀਂ ਯੂਪੀ ਦੀ ਗੱਲ ਕਰ ਲਓ, ਤੁਸੀਂ ਕਿਸੇ ਵੀ ਹੋਰ ਸਟੇਟ ਦੀ, ਜਦੋਂ ਵੀ ਤੁਸੀਂ ਆਪਾਂ ਦੇਖਾਂਗੇ ਕਿ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਜਿਹੜਾ ਹੈਗਾ, ਚਾਹੇ ਉਹ ਸਿਵਿਆਂ ਦੀ ਜੋ ਹਾਲਤ ਆਪਾਂ ਦੇਖਦੇ ਹਾਂ, ਸ਼ਮਸ਼ਾਨ ਘਾਟਾਂ ਦੇ ਵਿੱਚ ਜੋ ਆਪਾਂ ਤਸਵੀਰਾਂ ਦੇਖ ਰਹੇ ਹਾਂ, ਉਹ ਮੈਨੂੰ ਲੱਗਦਾ ਕਿ ਘੱਟੋ ਘੱਟ ਆਪਾਂ ਸਾਰਿਆਂ ਨੇ ਆਪਣੀ ਜ਼ਿੰਦਗੀ 'ਚ ਕਦੇ ਏਦਾਂ ਦੀਆਂ ਤਸਵੀਰਾਂ ਨਹੀਂ ਸੀ ਦੇਖੀਆਂ। ਸੋ ਇੱਕ ਪਾਸੇ ਉਹ ਮੰਜ਼ਰ ਹੈ, ਔਰ ਦੂਜੇ ਪਾਸੇ ਸਰਕਾਰਾਂ ਦੀ ਇੰਨੀ ਨਲਾਇਕੀ ਕਿ ਉਹ 1.5-2 ਸਾਲਾਂ ਦੇ ਵਿੱਚ ਕੋਈ ਆਪਣੀ ਤਿਆਰੀ ਨਹੀਂ ਕਰ ਸਕੀਆਂ, ਔਰ ਇੱਕ ਇਨਫਰਾਸਟਰਕਚਰ ਜਿਹੜਾ ਡਿਵੈਲਪ ਕਰਨਾ ਸੀਗਾ ਹੈਲਥ ਦਾ, ਖਾਸ ਤੌਰ ਤੇ ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਸੁਖਵਿੰਦਰ ਜੀ ਲਿਖਿਆ ਕਿ ਸਾਡਾ ਮੁਲਕ ਜਿਹੜਾ ਹੈਗਾ ਸੋਸ਼ਲਿਸਟ ਮੁਲਕ ਹੋਏਗਾ। ਸੋਸ਼ਲਿਸਟ ਮੁਲਕ ਦਾ ਮਤਲਬ ਇਹ ਹੈ ਕਿ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ, ਜਿਹਦੇ ਵਿੱਚ ਹੈਲਥ ਔਰ ਐਜੂਕੇਸ਼ਨ, ਇਹ 2 ਚੀਜ਼ਾਂ ਬੁਨਿਆਦੀ ਹੁੰਦੀਆਂ ਨੇ, ਔਰ ਇਹਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ। ਸੋ ਆਪਾਂ ਦੇਖ ਰਹੇ ਹਾਂ ਕਿ ਨਾ ਤਾਂ ਉਹ ਹੈਲਥ ਦੇ ਉੱਤੇ ਖਰਚ ਕਰ ਪਾ ਰਹੀ ਹੈ, ਨਾ ਉਹ ਸਾਡੀ ਐਜੂਕੇਸ਼ਨ ਦੇ ਉੱਤੇ ਕੋਈ ਖਰਚ ਹੋ ਰਿਹਾ। ਸੋ ਇਹ ਦੋਨੋਂ ਜਿਹੜੇ ਬੁਨਿਆਦੀ ਲੋੜਾਂ ਨੇ ਮਨੁੱਖ ਦੀਆਂ, ਇਹਦੇ ਉੱਤੇ ਜਾਣਬੁੱਝ ਕੇ ਇਹਨੂੰ ਪ੍ਰਾਈਵੇਟਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦੇ ਤੋਂ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹਦੇ ਵਿੱਚ ਲਗਾਤਾਰ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿ ਮਹਿੰਗੇ ਤੋਂ ਮਹਿੰਗੇ ਜਿਹੜੇ ਸੀਗੇ ਲੋਕਾਂ ਨੇ ਟੀਕੇ ਲਵਾਏ, ਮਹਿੰਗੇ ਤੋਂ ਮਹਿੰਗੀਆਂ ਲੋਕਾਂ ਨੇ ਦਵਾਈਆਂ ਲਈਆਂ, ਔਰ ਆਕਸੀਜਨ ਦੇ ਸਿਲੰਡਰ ਜਿਹੜੇ ਸੀਗੇ ਉਹ ਬਲੈਕ 'ਚ ਵਿਕੇ ਨੇ ਸੁਖਿੰਦਰ ਜੀ। ਸੋ ਇਹ ਸਾਰੇ ਹਾਲਾਤ ਅਸੀਂ ਅੱਜ ਜਦੋਂ ਅਸੀਂ ਦੇਖਦੇ ਹਾਂ ਹਿੰਦੁਸਤਾਨ ਦੇ, ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਇੱਕ ਐਸਾ ਮੁਲਕ ਹੈ ਜਿਹਦੇ ਵਿੱਚ ਅੱਜ ਰਹਿਣਾ ਔਖਾ ਹੋ ਗਿਆ। ਇੱਥੋਂ ਦਾ ਪਾਣੀ, ਇੱਥੋਂ ਦਾ ਹਵਾ, ਇਹ ਤਾਂ ਪਹਿਲਾਂ ਹੀ ਦੂਸ਼ਿਤ ਹੋ ਚੁੱਕੀ ਸੀਗੀ। ਇੱਥੋਂ ਦੇ ਇਹ ਵੀ ਪਤਾ ਜਿਹੜੇ ਸਾਡੇ ਸਾਹ ਨੇ, ਜਿਹੜੇ ਸਾਡੇ ਜਿੱਥੋਂ ਅਸੀਂ ਆਕਸੀਜਨ
ਸਾਨੂੰ ਮਿਲਣੀ ਚਾਹੀਦੀ ਹੈ। ਅੱਜ ਆਕਸੀਜਨ ਤੋਂ ਵੀ ਲੋਕ ਤਰਸ ਜਾਣਗੇ, ਇਹ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਨੇ ਅੱਜ ਤੱਕ, ਆਪਾਂ ਸਾਰੇ ਹਿੰਦੁਸਤਾਨੀਆਂ ਨੇ ਕਦੇ ਸੁਣਿਆ ਨਹੀਂ ਸੀਗਾ। ਡਾਕਟਰ ਸਾਹਿਬ, ਇਹਦੇ ਵਿੱਚ ਜਦੋਂ ਸੁਪਰੀਮ ਕੋਰਟ ਤੋਂ ਇਸ ਗੱਲ ਨੂੰ ਲੈ ਕੇ ਵੀ ਆਦੇਸ਼ ਹੁੰਦੇ ਨੇ ਕਿ ਜੇਕਰ ਤੁਹਾਨੂੰ ਕੋਈ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਜਿਹੜੀ ਕਮਜ਼ੋਰੀਆਂ ਦਿਖਾਉਂਦਾ ਹੈ ਕਰੋਨਾ ਨੂੰ ਲੈ ਕੇ, ਜਿਸ ਤਰ੍ਹਾਂ ਦੀ ਸਿਹਤ ਸਹੂਲਤਾਂ ਨੇ, ਹਸਪਤਾਲਾਂ ਦੇ ਮਾੜੇ ਪ੍ਰਬੰਧ ਨੇ, ਉਹਨੂੰ ਲੈ ਕੇ, ਤੇ ਇਹ ਇੱਕੋ ਦਮ ਉਹਦੇ ਉੱਤੇ FIR ਕਰਨ ਵੱਲ ਜਾਂਦੇ ਨੇ ਕਿ ਇਹ ਲੋਕਾਂ ਨੂੰ ਭੜਕਾ ਰਹੇ ਨੇ। ਪਰ ਸੁਪਰੀਮ ਕੋਰਟ ਨੇ ਕਿਹਾ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਇਹ ਸਿੱਧਾ ਜਿਹੜੀ ਹੈ ਅਦਾਲਤ ਦੀ ਮਾਣਹਾਨੀ ਹੋਏਗੀ ਜੇ ਕਿਸੇ ਪੁਲਿਸ ਅਧਿਕਾਰੀ ਨੇ ਇਹੋ ਜਿਹਾ ਕੁਝ ਕਰਨ ਦੀ ਜ਼ਰੂਰਤ ਰੱਖੀ। ਮਤਲਬ ਕਿ ਸਿੱਧਾ ਸਮਝ ਲਿਆ ਜਾਵੇ ਕਿ ਸਿਸਟਮ ਦੇ ਮੂੰਹ ਤੇ ਚਪੇੜ ਹੈ, ਜਿਹੜਾ ਇਹ ਨਹੀਂ ਦੇਖਣਾ ਚਾਹੁੰਦਾ ਕਿ ਲੋਕਾਂ ਦੇ ਨਾਲ ਕੀ ਬੀਤ ਰਹੀ ਹੈ, ਜਿਹੜਾ ਸੱਚ ਨਹੀਂ ਦੇਖਣਾ ਚਾਹੁੰਦਾ। ਜੀ, ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਜਿੱਥੇ ਤਾਂ ਲੋੜ ਸੀਗੀ ਕਿ ਇਸ ਵੇਲੇ ਇਸ ਮਹਾਮਾਰੀ ਦਾ ਜੋ ਪ੍ਰਬੰਧਨ ਕਰਨਾ ਹੈ, ਜੋ ਉਹਦੇ ਲਈ ਸਾਨੂੰ ਫੈਸਿਲਿਟੀਆਂ ਦੇਣੀਆਂ ਨੇ, ਸਾਨੂੰ ਚੰਗੇ ਹਸਪੀਟਲਸ ਦੇਣੇ ਆ ਲੋਕਾਂ ਨੂੰ, ਸਾਨੂੰ ਚੰਗੇ ਡਾਕਟਰਸ ਦੇਣੇ ਆ, ਸਾਨੂੰ ਚੰਗੇ ਨਰਸਾਂ ਹੋਣੀਆਂ ਚਾਹੀਦੀਆਂ ਨੇ, ਚੰਗੀਆਂ ਦਵਾਈਆਂ ਹੋਣੀਆਂ ਚਾਹੀਦੀਆਂ ਨੇ। ਪਰ ਹੋ ਕੀ ਰਿਹਾ ਕਿ ਜਿਹੜੇ ਬੰਦੇ, ਜਿਹੜੇ ਲੋਕ ਇਹਨਾਂ ਦੇ ਨਾਕਾਮੀਆਂ ਦੇ ਉੱਤੇ ਜਿਹੜਾ ਸੀਗਾ ਉਹਨਾਂ ਨੂੰ ਪਰਦਾਫਾਸ਼ ਕਰਦੇ ਆ, ਉਹਨਾਂ ਨੂੰ ਹੀ ਉਹ ਟਾਰਗੇਟ ਕਰਨ ਲੱਗ ਗਏ। ਜਿਹੜੀ ਸਰਕਾਰਾਂ ਨੇ ਇਸ ਵੇਲੇ ਕੀ ਹੋ ਰਿਹਾ ਕਿ ਜਿਹੜੇ ਵੀ ਲੋਕ ਉਹਨਾਂ ਦੇ ਖਿਲਾਫ ਬੋਲ ਰਹੇ ਨੇ, ਇਹਨਾਂ ਨਾਕਾਮੀਆਂ ਦੇ ਖਿਲਾਫ ਔਰ ਮਹਾਮਾਰੀ ਦੇ ਬਾਰੇ ਉਹ ਲੋਕਾਂ ਨੂੰ ਚੇਤਨ ਕਰ ਰਹੇ ਨੇ, ਉਹਨਾਂ ਦੇ ਉੱਤੇ ਸਗੋਂ ਪਰਚੇ ਪਾਏ ਜਾ ਰਹੇ ਨੇ, ਉਹਨਾਂ ਦੇ ਉੱਤੇ ਕੇਸ ਬਣਾਏ ਜਾ ਰਹੇ ਨੇ। ਸਗੋਂ ਮੇਰਾ ਮਤਲਬ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਹ ਗੱਲਾਂ ਜਿਹੜੀਆਂ ਨੇ ਇਸ ਵੇਲੇ ਹਿੰਦੁਸਤਾਨ 'ਚ ਹੋ ਰਹੀਆਂ ਨੇ। ਔਰ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਹੈ, ਇਹ ਬਹੁਤ ਹੀ ਵਧੀਆ ਗੱਲ ਹੈ। ਔਰ ਇਹ ਮੈਨੂੰ ਲੱਗਦਾ ਕਿ ਇਹਦੇ ਵਿੱਚ ਸਾਡਾ ਲੋਕਤੰਤਰ ਹੈ। ਇਹ ਜਿੰਨੀ ਦੇਰ ਅਸੀਂ ਡੈਮੋਕ੍ਰੇਸੀ ਨੂੰ ਜਿਹੜਾ ਸੀਗਾ ਸਹੀ ਤਰੀਕੇ ਨਾਲ ਨਹੀਂ ਉਹਦਾ ਪਾਲਣ ਕਰਾਂਗੇ, ਜੇ ਡੈਮੋਕ੍ਰੇਸੀ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਲੋਕਾਂ ਨੂੰ ਲੁੱਟੀ ਜਾਓ, ਲੋਕਾਂ ਦੇ ਸਾਰੇ ਜਿਹੜੇ ਹੱਕ ਹੈ ਉਹ ਖੋਹ ਲਓ, ਜਿਹੜੇ ਅਧਿਕਾਰ ਹੈ ਉਹ ਖੋਹ ਲਓ। ਲੋਕਾਂ ਦੇ ਬੋਲਣ ਦਾ ਜਿਹੜਾ ਬੁਨਿਆਦੀ ਅਧਿਕਾਰ ਹੈ, ਲੋਕਾਂ ਦੇ ਜਿਹੜੇ ਜੀਣ ਦਾ ਬੁਨਿਆਦੀ ਅਧਿਕਾਰ ਹੈ, ਉਹ ਤੁਸੀਂ ਜੇ ਲੋਕਾਂ ਤੋਂ ਖੋਲੋਗੇ ਤਾਂ ਡੈਮੋਕ੍ਰੇਸੀ ਤੁਹਾਡੀ ਕਿਹੜੀ ਰਹਿ ਜਾਂਦੀ ਹੈ। ਸੋ ਸਿਰਫ ਵੋਟ ਪਾਉਣਾ ਤਾਂ ਡੈਮੋਕ੍ਰੇਸੀ ਨਹੀਂ ਹੈ। ਔਰ ਇਸ ਕਰਕੇ ਸਾਨੂੰ ਵੋਟਾਂ ਬਣਾ ਕੇ ਸਾਨੂੰ ਵੋਟ ਬੈਂਕ ਤਾਂ ਉਹ ਸਮਝ ਰਹੇ ਨੇ, ਪਰ ਜਦੋਂ ਸਾਡੇ ਅਧਿਕਾਰਾਂ ਦੀ ਗੱਲ ਆਉਂਦੀ ਹੈ, ਜਦੋਂ ਸਾਨੂੰ ਸਹੂਲਤਾਂ ਦੇਣ ਦੀ ਗੱਲ ਆਉਂਦੀ ਹੈ, ਤਾਂ ਮੈਨੂੰ ਲੱਗਦਾ ਕਿ ਸਰਕਾਰਾਂ ਉਹਦੇ ਤੋਂ ਮੂੰਹ ਫੇਰ ਰਹੀਆਂ ਨੇ। ਔਰ ਇਹ ਤੁਸੀਂ ਚਾਹੇ ਸਟੇਟ ਸਰਕਾਰ ਦੇਖ ਲਓ, ਸਰਕਾਰਾਂ ਵੱਖ-ਵੱਖ ਸਟੇਟਾਂ ਦੀਆਂ ਦੇਖ ਲਓ, ਚਾਹੇ ਤੁਸੀਂ ਸਾਡੀ ਕੇਂਦਰ ਸਰਕਾਰ ਦੇਖ ਲਓ, ਮਤਲਬ ਉਹ ਸਾਰੇ ਚੀਜ਼ ਦੇ ਤੋਂ ਅੱਖਾਂ ਮੀਚ ਕੇ ਜਿਹੜਾ ਹੈਗਾ ਸਭ ਕੁਝ ਕਰੀ ਜਾ ਰਹੀ ਹੈ। ਆਪਣੇ ਮੁਨਾਫੇ ਜਿਹੜੇ ਨੇ ਆਪਣੇ ਜਿਹੜੇ ਆਕਾ ਨੇ ਉਹਨਾਂ ਨੂੰ ਮੁਨਾਫੇ ਦੇ ਰਹੀ ਹੈ। ਆਪਾਂ ਨੂੰ ਪਤਾ ਹੈ ਕਿ ਜਿਹੜੇ ਕਾਲੇ ਕਾਨੂੰਨ ਜਿਹੜੇ ਨੇ ਉਹ ਤਾਂ ਉਹਨਾਂ ਨੇ ਰਾਤੋਂ ਰਾਤ ਹੀ ਜਿਹੜੇ ਸੀਗੇ ਉਹ ਪੇਸ਼ ਕਰਤੇ। ਔਰ ਪਰ ਜਿਹੜੇ ਜਿੱਥੇ ਲੋਕਾਂ ਨੂੰ ਲੋੜ ਸੀਗੀ, ਜਿੱਥੇ ਦਵਾਈ ਦੀ ਲੋੜ ਸੀ, ਜਿੱਥੇ ਆਕਸੀਜਨ ਦੀ ਲੋੜ ਸੀ, ਜਿੱਥੇ ਸਾਰੀਆਂ ਸਹੂਲਤਾਂ ਦੀ ਲੋੜ ਸੀ, ਉੱਥੋਂ ਉਹ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ। ਕੋਰੋਨਾ ਦੀ ਦਵਾਈ ਹੈ ਉਹਨੂੰ ਲੈ ਕੇ ਸਰਕਾਰ ਪਹਿਲੇ ਦਿਨ ਤੋਂ ਜਿਹੜਾ ਘਿਰੀ ਹੋਈ ਹੈ। ਹੁਣ ਤਾਂ ਸੁਪਰੀਮ ਕੋਰਟ ਨੇ ਜਿਹੜਾ ਸੂਮੋਟੋ ਨੋਟਿਸ ਲਿਆ, ਉਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਹੁਣ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਇੱਕ ਮੁਲਕ ਦੇ ਵਿੱਚ ਦੋ ਕੰਪਨੀਆਂ ਨੇ, ਉਹ ਵੀ ਭਾਰਤ ਦੇ ਵਿੱਚ ਹੀ ਬਣਾ ਰਹੀਆਂ ਨੇ, ਤੇ ਦੋਨੋਂ ਅਲੱਗ-ਅਲੱਗ ਰੇਟ ਜਿਹੜੇ ਦੇ ਰਹੀਆਂ ਨੇ। ਸਰਕਾਰ ਨੂੰ 100% ਦਵਾਈ ਕਿਉਂ ਨਹੀਂ ਖਰੀਦੀ ਜਾ ਸਕਦੀ? ਸਰਕਾਰ ਤੋਂ ਕਿਉਂ ਨਹੀਂ ਖਰੀਦ ਰਹੀ ਜਦੋਂ ਸਰਕਾਰ ਆਪ ਉਹਨਾਂ ਦਾ ਹੱਥ ਵਟਾ ਰਹੀ ਹੈ, ਆਪ ਉਹਨਾਂ ਨੂੰ ਸਹਾਇਤਾ ਦੇ ਰਹੀ ਹੈ ਕਿ ਤੁਸੀਂ ਵੈਕਸੀਨ ਤਿਆਰ ਕਰੋ? ਜੀ, ਮੈਂ ਇਹੀ ਗੱਲ ਸੁਖਵਿੰਦਰ ਜੀ ਕਹਿ ਰਿਹਾ ਕਿ ਜਿਹੜੀ ਸਾਡੀ ਸੰਵਿਧਾਨ ਦੇ ਵਿੱਚ ਲਿਖਿਆ ਨਾ ਕਿ ਸਾਡਾ ਮੁਲਕ ਇੱਕ ਸੋਸ਼ਲਿਸਟ ਮੁਲਕ ਹੈ, ਇਹਦਾ ਮਤਲਬ ਕੀ ਹੈ ਕਿ ਤੁਹਾਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ। ਬੁਨਿਆਦੀ ਸਹੂਲਤਾਂ ਦਾ ਮਤਲਬ ਹੈ ਤੁਹਾਨੂੰ ਹੈਲਥ ਦੀਆਂ ਬੁਨਿਆਦੀ ਸਹੂਲਤਾਂ। ਹੈਲਥ ਇਸ ਵੇਲੇ ਆਪਾਂ ਨੂੰ ਪਤਾ ਹੈ ਕਿ ਮਹਾਮਾਰੀ ਦੇ ਵਿੱਚ ਕਰੋਨਾ ਜਿਹੜਾ ਹੈਗਾ, ਕਰੋਨਾ ਦੀ ਜੇ ਕੋਈ ਦਵਾਈ ਬਣਦੀ ਹੈ ਤਾਂ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜੇ ਆਮ ਲੋਕ ਨੇ, ਗਰੀਬ ਲੋਕ ਨੇ, ਜਿਹੜੇ ਲਵਾ ਨਹੀਂ ਸਕਦੇ, ਉਹਨਾਂ ਨੂੰ ਤੁਸੀਂ ਮੁਫਤ ਦਵਾਈਆਂ ਦਾ ਜਿਹੜਾ ਹੈਗਾ ਉਹ ਪ੍ਰਬੰਧਨ ਕਰੋ। ਔਰ ਇੱਕ ਪਾਸੇ ਤਾਂ ਆਪਾਂ ਦੇਖ ਰਹੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ ਸਾਰਾ ਕੁਝ ਆਪਣੇ ਕੰਟਰੋਲ 'ਚ ਕਰ ਰਹੀਆਂ ਨੇ, ਦੂਜੇ ਪਾਸੇ ਸਾਰੀਆਂ ਜਿਹੜੀਆਂ ਹੈਗੇ ਨੇ ਪ੍ਰਾਈਵੇਟ ਹੱਥਾਂ 'ਚ ਦੇ ਰਹੀਆਂ ਨੇ। ਔਰ ਇੱਥੋਂ ਸਾਨੂੰ ਪਤਾ ਲੱਗਦਾ ਕਿ ਸਰਕਾਰਾਂ ਦਾ ਜਿਹੜਾ ਦੋਹਰਾ ਚਰਿੱਤਰ ਸਾਹਮਣੇ ਆ ਰਿਹਾ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਜਿਹੜੇ ਰੇਟਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਪਾਸੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਸਾਰਿਆਂ ਨੂੰ ਬਰਾਬਰ ਸਮਝਦੇ ਹਾਂ, ਦੂਜੇ ਪਾਸੇ ਜਿਹੜੇ ਰੇਟ ਦੇ ਵਿੱਚ ਇੰਨੇ ਫਰਕ ਕਿਉਂ ਨੇ? ਔਰ ਇਸ ਕਰਕੇ ਆਮ ਲੋਕ ਜਿਹੜੇ ਨੇ ਅੱਜ ਸਵਾਲ ਪੁੱਛ ਰਹੇ ਨੇ ਕਿ ਭਾਈ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਰਿਆਂ ਨੂੰ ਅਸੀਂ ਜਿਹੜੇ ਨੇ ਕੰਪਲਸਰੀ ਕਰ ਰਹੇ ਹੋ ਕਿ ਤੁਸੀਂ 18 ਸਾਲ ਤੋਂ ਉੱਪਰ ਸਾਰੇ ਬੱਚੇ ਮਤਲਬ ਨੌਜਵਾਨ ਹੋਣ ਚਾਹੇ ਹੋਰ ਹੋਣ, ਬਜ਼ੁਰਗ ਹੋਣ, ਉਹਨਾਂ ਨੂੰ ਤੁਸੀਂ ਲਵਾਉਣੇ ਆ। ਪਰ ਤੁਸੀਂ ਜਿਹੜੇ ਰੇਟ ਜਦੋਂ ਤੁਸੀਂ ਦੇਖ ਰਹੇ ਆ ਆਪਾਂ ਉਹਦੇ ਵਿੱਚ, ਚਾਹੇ ਜਿਵੇਂ ਤੁਸੀਂ ਕਿਹਾ ਕਿ ਉਹ ਅੱਜ ਦਵਾਈਆਂ ਨਹੀਂ ਮਿਲ ਰਹੀਆਂ, ਔਰ ਇਸ ਕਰਕੇ ਇਹ ਦਵਾਈਆਂ ਜਦੋਂ ਉਹਨਾਂ ਦੀ ਸ਼ਾਰਟੇਜ ਹੋ ਰਹੀ ਹੈ ਔਰ ਇਹਦਾ ਜਿਹੜਾ ਬਲੈਕ ਹੈ ਉਹ ਹੋਏਗੀ। ਔਰ ਇਸ ਕਰਕੇ ਮੈਨੂੰ ਲੱਗਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜਿਹੜੀ ਵੀ ਚੀਜ਼
ਜਿਹੜੇ ਵੀ ਲੋਕ, ਜਿਹੜੇ ਵੀ ਵਪਾਰੀ ਲੋਕ ਜਾਂ ਜਿਹੜੇ ਵੀ ਇੰਡਸਟਰੀਲਿਸਟ ਅੱਜ ਬਲੈਕ ਕਰ ਰਹੇ ਨੇ, ਚਾਹੇ ਉਹ ਦਵਾਈਆਂ ਦੀ ਬਲੈਕ ਹੋ ਰਹੀ ਹੋਵੇ, ਚਾਹੇ ਉਹ ਆਕਸੀਜਨ ਦੇ ਸਿਲੰਡਰਾਂ ਦੀ ਬਲੈਕ ਹੋ ਰਹੀ ਹੈ, ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣਾ ਚਾਹੀਦਾ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਚਾਹੇ ਉਹ ਸਟੇਟ ਦੀ ਸਰਕਾਰ ਹੈ, ਚਾਹੇ ਉਹ ਸੈਂਟਰ ਦੀ ਸਰਕਾਰ ਹੈ। ਕਿਉਂ ਨਹੀਂ ਸਾਡੇ ਜਿਹੜੇ ਲੋਕਾਂ ਨੂੰ ਸਮੇਂ ਸਿਰ ਦਵਾਈਆਂ ਔਰ ਆਕਸੀਜਨ ਨਹੀਂ ਮਿਲ ਰਹੀ, ਔਰ ਕਿਉਂ ਨਹੀਂ ਉਹਨਾਂ ਨੂੰ ਬੈਡਸ ਕਿਉਂ ਨਹੀਂ ਮਿਲ ਰਹੇ? ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ, ਜ਼ਿੰਮੇਵਾਰੀ ਜਿਹੜੀ ਹੈਗੀ ਹੈ ਸਰਕਾਰਾਂ ਦੀ ਹੈ। ਜੀ ਸਰ। ਇੱਕ ਹੋਰ ਹੈਰਾਨਗੀ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਸੂਬਾ ਸਰਕਾਰਾਂ ਦੇ ਉੱਤੇ ਥੋਪ ਦਿੱਤਾ ਗਿਆ ਕਿ ਤੁਸੀਂ ਆਪਣੀ ਦਵਾਈ ਆਪ ਖਰੀਦ ਲਓ। ਸਵਾਲ ਉੱਠ ਰਿਹਾ ਕਿ ਆਖਿਰਕਾਰ ਕੇਂਦਰ ਸਰਕਾਰ ਕਿਉਂ ਨਹੀਂ ਇਸ ਮਹਾਮਾਰੀ ਦੇ ਵੇਲੇ ਦੇ ਵਿੱਚ ਨਾਲ ਖੜ ਰਹੀ? ਸੂਬਾ ਸਰਕਾਰਾਂ ਜੇ ਉਹਨਾਂ ਕੰਪਨੀਆਂ ਦੇ ਕੋਲ ਜਾਂਦੀ ਹੈ, ਵੈਕਸੀਨ ਵਾਲਿਆਂ ਦੇ ਕੋਲ, ਤਾਂ ਉਹ ਕਹਿੰਦੇ ਨੇ ਕਿ ਸਾਡੇ ਕੋਲੇ ਆਲਰੇਡੀ ਬੜਾ ਆਰਡਰ ਪਿਆ, ਤੁਸੀਂ ਆਪਣੇ ਪੈਸੇ ਜਮ੍ਹਾਂ ਕਰਵਾ ਜਾਓ। ਜਿਵੇਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹੋਣੀ ਦੱਸ ਰਹੇ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਅੱਜ ਲੋਕਾਂ ਦੇ ਨਾਲ ਜਾਂ ਸਰਕਾਰਾਂ ਦੇ ਨਾਲ ਵੀ, ਜਿਹੜੀਆਂ ਲੋਕਾਂ ਦੁਆਰਾ ਚੁਣੀਆਂ ਹੋਈਆਂ ਨੇ ਸੂਬਿਆਂ ਦੀਆਂ ਸਰਕਾਰਾਂ, ਉਹਨਾਂ ਨਾਲ ਵੀ ਇਦਾਂ ਧੱਕਾ ਕੀਤਾ ਜਾ ਰਿਹਾ। ਸੁਖਵਿੰਦਰ ਜੀ, ਤੁਸੀਂ ਇਹ ਦੇਖੋ, ਇੱਕ ਪੁਆਇੰਟ ਜਿਹੜਾ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਸਮਝਾਉਣਾ ਚਾਹੁੰਦਾ ਕਿ ਇੱਕ ਪਾਸੇ ਜਿਹੜੀ ਇਹ ਦਵਾਈਆਂ ਦੀ ਜਿਹੜੀ ਸਾਰੀ ਜਾਂ ਆਕਸੀਜਨ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ, ਇਹ ਸੈਂਟਰ ਗਵਰਨਮੈਂਟ ਦੀ ਹੁੰਦੀ ਹੈ, ਔਰ ਸੈਂਟਰ ਗਵਰਨਮੈਂਟ ਆਪਣੇ ਹੱਕਾਂ ਤੋਂ ਪਿੱਛੇ ਹਟ ਰਹੀ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਤੱਕ ਖੇਤੀ ਦੇ ਕਾਲੇ ਕਾਨੂੰਨ ਬਣਾਉਣੇ ਹੁੰਦੇ ਨੇ, ਉਦੋਂ ਤਾਂ ਕਹਿੰਦੇ ਨੇ ਖੇਤੀ ਦੇ ਕਾਲੇ ਕਾਨੂੰਨ ਸੈਂਟਰ ਬਣਾਏਗੀ, ਸਟੇਟਾਂ ਨਹੀਂ ਬਣਾ ਸਕਦੀਆਂ। ਹੁਣ ਜਦੋਂ ਇੱਕ ਜ਼ਿੰਮੇਵਾਰੀ ਸੈਂਟਰ ਦੀ ਬਣਦੀ ਹੈ ਕਿ ਅਸੀਂ ਦਵਾਈਆਂ ਪ੍ਰੋਵਾਈਡ ਕਰਾਉਣੀਆਂ ਨੇ, ਅਸੀਂ ਆਕਸੀਜਨ ਪ੍ਰੋਵਾਈਡ ਕਰਾਉਣੀ ਹੈ, ਅਸੀਂ ਆਕਸੀਜਨ ਦੇ ਪਲਾਂਟ ਜਿਹੜੇ ਨੇ ਉਹ ਲਵਾਉਣੇ ਆ, ਉੱਥੋਂ ਉਹ ਕਹਿ ਰਹੀ ਹੈ ਕਿ ਤੁਸੀਂ ਸਟੇਟਾਂ ਨੂੰ ਤੁਸੀਂ ਕਰ ਲਓ। ਇਹਦਾ ਮਤਲਬ ਹੈ ਕਿ ਦੂਰਾ ਕਰੈਕਟਰ ਜਿਹੜਾ ਹੈਗਾ ਸਟੇਟ ਸਰਕਾਰ, ਜਿਹੜੀ ਸਟੇਟ ਹੈ, ਉਹ ਕਰ ਰਹੀ ਹੈ। ਔਰ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀਆਂ ਸੈਂਟਰ ਦੀਆਂ ਔਰ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ, ਉਹ ਆਪਣੇ ਆਪ ਨੂੰ ਬਚਾ ਨਹੀਂ ਸਕਣਗੀਆਂ। ਜਿਹੜੀਆਂ ਵੀ ਅਧਿਕਾਰ ਦੇ ਵਿੱਚ, ਜਿਹੜੀਆਂ ਵੀ ਸੰਵਿਧਾਨ ਦੇ ਵਿੱਚ ਉਹਨਾਂ ਦੇ ਨਿਯਮ ਨੇ ਔਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਜ਼ਿੰਮੇਵਾਰੀਆਂ ਨੂੰ ਸਰਕਾਰਾਂ ਨੂੰ ਨਿਭਾਉਣਾ ਚਾਹੀਦਾ ਹੈ। ਜਿਹੜੀ ਸੈਂਟਰ ਦੀ ਜ਼ਿੰਮੇਵਾਰੀ ਹੈ ਉਹ ਸੈਂਟਰ ਨਿਭਾਵੇ, ਜਿਹੜੀ ਸਟੇਟ ਦੀ ਸਰਕਾਰ ਹੈ ਉਹ ਸਟੇਟ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਕਰਕੇ ਦੋਨੋਂ ਸਰਕਾਰਾਂ ਇੱਕ ਦੂਜੇ ਤੇ ਸੁੱਟ ਕੇ, ਕਿ ਸਟੇਟ ਕਹਿੰਦੀ ਹੈ ਸੈਂਟਰ ਕਰੇਗੀ, ਸੈਂਟਰ ਕਹਿੰਦੀ ਹੈ ਸਟੇਟ ਕਰੇਗੀ, ਪਰ ਹੋ ਕੁਝ ਨਹੀਂ ਰਿਹਾ। ਸਿਰਫ ਕੀ ਹੈ ਕਿ ਉਹਦੇ ਨਾਲ ਆਮ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ, ਆਮ ਲੋਕ ਮਰ ਰਹੇ ਨੇ, ਔਰ ਲਾਸ਼ਾਂ ਤੇ ਲਾਸ਼ਾਂ ਜਿਹੜੀਆਂ ਨੇ ਆਪਾਂ ਦੇਖਿਆ ਸ਼ਮਸ਼ਾਨ ਘਾਟਾਂ ਦੇ ਵਿੱਚ ਆ ਰਹੀਆਂ ਨੇ। ਔਰ ਜ਼ਿੰਮੇਵਾਰੀ ਕਿਹਦੀ ਹੈ? ਇਹ ਜ਼ਿੰਮੇਵਾਰੀ ਇਹ ਮੈਨੂੰ ਲੱਗਦਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਚਾਹੇ ਉਹ ਸਟੇਟ ਸਰਕਾਰਾਂ ਨੇ, ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਨੇ। ਜੀ ਸਰ। ਬਿਲਕੁਲ ਡਾਕਟਰ ਸਾਹਿਬ, ਦੂਜੇ ਪਾਸੇ ਜਦੋਂ ਪੂਰੇ ਦੇਸ਼ ਦੇ ਵਿੱਚ ਜਿਹੜੀ ਉਹ ਇੱਕ ਤਰ੍ਹਾਂ ਦਾ ਮਾਤਮ ਛਾਇਆ ਹੋਇਆ, ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ, ਤੇ ਇਹਨਾਂ ਦੀ ਨਜ਼ਰ ਜਿਹੜੀ ਹੈ ਉਹ ਚੋਣਾਂ ਦੇ ਨਤੀਜਿਆਂ ਦੇ ਉੱਤੇ ਹੈ, ਜਿਹੜੇ ਹੁਣ 2 ਤਰੀਕ ਨੂੰ ਸਾਹਮਣੇ ਆਉਣੇ ਨੇ। ਪੱਛਮੀ ਬੰਗਾਲ, ਅਸਮ ਜਾਂ ਹੋਰ ਸੂਬਿਆਂ ਦੇ ਜਿਹੜੇ 5 ਸੂਬਿਆਂ 'ਚ ਇਲੈਕਸ਼ਨਾਂ ਹੋਈਆਂ, ਉਹਨੂੰ ਲੈ ਕੇ ਭਾਵੇਂ ਕਿ ਹਾਈ ਕੋਰਟ ਵੱਲੋਂ ਉਧਰਲੇ ਪਾਸੋਂ ਇੱਕ ਫਟਕਾਰ ਜਿਹੜੀ ਅਦਾਲਤ ਵੱਲੋਂ ਪਈ ਹੈ ਕਿ ਤੁਸੀਂ ਇਹਦੇ ਜਸ਼ਨ ਨਹੀਂ ਮਨਾਉਣੇ, ਪਰ ਅੰਦਰੋਂ ਅੰਦਰ ਤਾਂ ਇਹਨਾਂ ਦੇ ਲੱਡੂ ਫੁੱਟ ਰਹੇ ਨੇ। ਐਗਜ਼ਿਟ ਪੋਲ ਕੀ ਕਹਿੰਦੇ ਨੇ ਕਿ ਬੀਜੇਪੀ ਨੂੰ ਕਿੰਦਾਂ ਦੀ ਜਿਹੜੀ ਹੈ ਉਹ ਮਾਤ ਮਿਲਣ ਵਾਲੀ ਹੈ ਇਹਨਾਂ ਚੋਣ ਨਤੀਜਿਆਂ ਦੇ ਵਿੱਚ? ਸੁਖਵਿੰਦਰ ਜੀ ਦੇਖੋ, ਪਿਛਲੇ 1 ਮਹੀਨੇ ਤੋਂ ਜਾਂ 1.5 ਮਹੀਨੇ ਤੋਂ ਲਗਾਤਾਰ 5 ਸਟੇਟਾਂ ਦੇ ਵਿੱਚ ਰੈਲੀਆਂ ਵੀ ਹੋਈਆਂ ਨੇ, ਔਰ ਵੱਡੇ ਵੱਡੇ ਜਲੂਸ ਵੀ ਕੱਢੇ ਗਏ ਨੇ, ਔਰ ਵੱਡੇ ਤੋਂ ਵੱਡੇ ਇਕੱਠ ਵੀ ਹੋਏ ਨੇ, ਔਰ ਵੱਡੇ ਤੋਂ ਵੱਡੇ ਲੀਡਰ, ਪ੍ਰਧਾਨ ਮੰਤਰੀ ਤੋਂ ਲੈ ਕੇ ਮਤਲਬ MLA ਜਾਂ ਵਲੰਟੀਅਰਸ ਤੱਕ, ਉੱਥੇ ਲੋਕ ਭੀੜਾਂ ਦੇ ਵਿੱਚ ਬਿਨਾਂ ਮਾਸਕ ਪਾਇਆ, ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਏਗਾ, ਸਾਰੇ ਲੋਕ ਉੱਥੇ ਇਕੱਠੇ ਹੋਏ ਨੇ। ਉਦੋਂ ਤਾਂ ਸਾਰਾ ਕੁਝ ਕਰੋਨਾ ਦਾ ਜਿਹੜਾ ਹੈਗਾ, ਕੋਈ ਉੱਥੇ ਇਹਨਾਂ ਸਟੇਟਾਂ ਦੇ ਵਿੱਚ ਕੋਈ ਦਬਦਬਾ ਨਹੀਂ ਸੀਗਾ, ਕੁਝ ਵੀ ਬਿਮਾਰੀ ਨਹੀਂ ਸੀਗੀ। ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ, ਹੋ ਚੁੱਕੀਆਂ ਨੇ, ਹੁਣ ਉਹ ਸਾਰੇ ਇਹ ਬਹਾਨਾ ਲਾ ਰਹੇ ਨੇ ਕਿਉਂਕਿ ਹੁਣ ਸੁਪਰੀਮ ਕੋਰਟ ਇਹਦੇ 'ਚ ਦਖਲ ਦੇ ਰਹੀ ਹੈ, ਔਰ ਹੁਣ ਇਹ ਸਾਰੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਨੇ। ਮੇਰਾ ਕਹਿਣ ਤੋਂ ਮਤਲਬ ਹੈ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਜਾਂ ਬਾਕੀ ਜਿਹੜੀਆਂ ਸਰਕਾਰਾਂ ਨੇ, ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ, ਸਿਰਫ ਇਸ ਕਰਕੇ ਕਿਉਂਕਿ ਉੱਥੇ ਚੋਣਾਂ ਹੋਈਆਂ, ਔਰ ਚੋਣਾਂ ਦੇ ਵਿੱਚ ਜਿਵੇਂ ਤੁਸੀਂ ਰਿਜ਼ਲਟ ਦੀ ਗੱਲ ਕਰ ਰਹੇ ਹੋ, ਐਗਜ਼ਿਟ ਪੋਲ ਜਿਹੜੇ ਨੇ ਉਹ ਇਹੀ ਦੱਸ ਰਹੇ ਨੇ ਕਿ ਬੰਗਾਲ ਦੇ ਵਿੱਚ ਜਿਵੇਂ ਇਹਨਾਂ ਨੇ ਬਹੁਤ ਰੌਲਾ ਪਾਇਆ ਸੀਗਾ ਬੀਜੇਪੀ ਵਾਲਿਆਂ ਨੇ ਕਿ ਅਸੀਂ 200 ਤੋਂ ਉੱਪਰ ਸੀਟਾਂ ਕੱਢਾਂਗੇ, ਔਰ ਇਸ ਵੇਲੇ ਜਿਹੜੇ ਐਗਜ਼ਿਟ ਪੋਲ ਨੇ ਉਹ ਤਾਂ ਇਹਨਾਂ ਨੂੰ ਬਹੁਤੇ ਜਿਹੜੇ ਨੇ ਇਹੀ ਦੱਸ ਰਹੇ ਨੇ ਕਿ ਬੀਜੇਪੀ ਉੱਥੇ ਹਾਰ ਰਹੀ ਹੈ ਬੰਗਾਲ ਦੇ ਵਿੱਚ। ਸੋ ਇੱਕ ਅੱਧੀ ਸਟੇਟ ਹੈ ਜਿੱਥੇ ਇਹ 5 ਸਟੇਟਾਂ ਜੋ ਬੀਜੇਪੀ ਦਾ ਥੋੜਾ ਬਹੁਤ ਜਿਹੜਾ ਹੈਗਾ ਜਿੱਤਣ ਦੀਆਂ ਸੰਭਾਵਨਾਵਾਂ ਅਸਾਮ ਦੇ ਵਿੱਚ, ਅਦਰਵਾਈਜ਼ ਸਾਰੀਆਂ ਜਿੰਨੀਆਂ ਵੀ 4 ਬਾਕੀ ਸਟੇਟਾਂ ਨੇ ਉੱਥੇ ਬੀਜੇਪੀ ਦਾ ਜਿਹੜਾ ਹੈਗਾ ਸੁਪੜਾ ਸਾਫ਼ ਜਿਹੜਾ ਹੈਗਾ ਉਹ ਹੋਣਾ ਹੀ ਹੋਣਾ ਹੈ।
ਸੋ ਇਸ ਕਰਕੇ ਬੀਜੇਪੀ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਅਸੀਂ ਬੰਗਾਲੀਆਂ ਨੂੰ ਹਰਾ ਕੇ, ਬੰਗਾਲੀਆਂ ਨੂੰ ਭੰਬਲ ਭੂਸਿਆਂ 'ਚ ਪਾ ਕੇ, ਬੰਗਾਲੀਆਂ ਨੂੰ ਧਰਮ ਦੇ ਨਾਂ ਦੇ ਉੱਤੇ ਲੜਾ ਕੇ ਅਸੀਂ ਉੱਥੇ ਆਪਣਾ ਰਾਜ ਸਥਾਪਿਤ ਕਰ ਲਾਂਗੇ। ਇੱਕ ਬਹੁਤ ਵੱਡੀ ਗਲਤੀ ਜਿਹੜੀ ਹੈਗੀ ਹੈ ਬੀਜੇਪੀ ਉੱਥੇ ਕਰ ਰਹੀ ਸੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਬੰਗਾਲ ਹੈ ਉਹ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੀ ਸਿਆਸਤ ਦਾ ਗੜ੍ਹ ਹੈ, ਔਰ ਉੱਥੋਂ ਜਿਹੜੇ ਅੱਜ ਤੱਕ ਦੇ ਜਿੰਨੀਆਂ ਵੀ ਸਿਆਸੀ ਮੂਵਮੈਂਟ ਚੱਲੀਆਂ ਨੇ ਉਹ ਬੰਗਾਲ ਤੋਂ ਚੱਲੀਆਂ ਨੇ। ਔਰ ਮੈਨੂੰ ਲੱਗਦਾ ਕਿ ਜੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਸਿਆਸੀ ਔਰ ਚੇਤਨ ਕੋਈ ਵੋਟਰ ਹੈ ਉਹ ਬੰਗਾਲ ਦਾ ਹੈ, ਔਰ ਬੰਗਾਲ ਦਾ ਵੋਟਰ ਕਦੇ ਵੀ ਬੀਜੇਪੀ ਵੱਲ ਜਿਹੜਾ ਹੈਗਾ ਉਹ ਝੁਕ ਨਹੀਂ ਸਕਦਾ। ਆਪਾਂ ਨੂੰ ਪਤਾ ਹੈ ਕਿ ਅੱਜ ਤੱਕ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਉੱਥੇ ਕਦੇ ਵੀ ਬੀਜੇਪੀ ਜਿਹੜੀ ਹੈਗੀ ਆ ਸੱਤਾ ਸਥਾਪਿਤ ਨਹੀਂ ਕਰ ਸਕੀ, ਕਿਉਂਕਿ ਉੱਥੇ ਆਪਾਂ ਨੂੰ ਪਤਾ ਹੈ ਕਿ ਬਹੁਤ ਲੰਮਾ ਸਮਾਂ ਲਗਭਗ 35 ਸਾਲ ਲੈਫਟ ਦੀ ਜਿਹੜੀ ਹੈਗੀ ਹੈ ਗਵਰਨਮੈਂਟ ਉੱਥੇ ਰਹੀ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਮਮਤਾ ਜੀ ਲਗਾਤਾਰ 2 ਵਾਰੀ ਉੱਥੇ ਮੁੱਖ ਮੰਤਰੀ ਦੇ ਤੌਰ ਤੇ ਰਹੇ ਨੇ। ਸੋ ਇਹਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਨੂੰ ਇੱਕ ਭੁਲੇਖਾ ਸੀਗਾ ਕਿ ਅਸੀਂ ਬੰਗਾਲ ਦੇ ਵਿੱਚ ਆਪਣੀ ਸੱਤਾ ਸਥਾਪਿਤ ਕਰ ਲਾਂਗੇ, ਔਰ ਸਾਡੇ ਕਿਸਾਨ ਵੀ ਉੱਥੇ ਗਏ ਨੇ। ਆਪਾਂ ਨੇ ਦੇਖਿਆ ਕਿ ਜਦੋਂ ਸਾਰਾ ਉਹ ਚੋਣਾਂ ਦਾ ਦੌਰ ਚੱਲ ਰਿਹਾ ਸੀਗਾ ਤਾਂ ਪੰਜਾਬ ਦੇ ਕਿਸਾਨ ਵਿਸ਼ੇਸ਼ ਤੌਰ ਤੇ ਜਾ ਕੇ ਉੱਥੇ ਚੋਣ ਰੈਲੀਆਂ ਵੀ ਉਹਨਾਂ ਨੇ ਕੀਤੀਆਂ ਨੇ, ਔਰ ਲੋਕਾਂ ਨੂੰ ਸਮਝਾਇਆ ਵੀ ਹੈ ਕਿ ਭਾਈ ਬੀਜੇਪੀ ਵਰਗੀ ਪਾਰਟੀ ਨੂੰ ਦੁਬਾਰਾ ਇੱਥੇ ਕਿਤੇ ਇੱਥੇ ਲੈ ਨਾ ਆਉਣਾ, ਕਿਉਂਕਿ ਉਹਨਾਂ ਨੇ ਲੋਕਾਂ ਨੂੰ ਲੜਾ ਕੇ ਔਰ ਲੋਕਾਂ ਦੀ ਖੇਤੀਬਾੜੀ ਤਬਾਹ ਕਰਕੇ ਜਾਂ ਹੋਰ ਬਾਕੀ ਵਪਾਰ ਵੀ ਤਬਾਹ ਕੀਤਾ। ਸਾਰੇ ਲੋਕ ਇਸ ਵੇਲੇ ਹਿੰਦੁਸਤਾਨ ਤਰਾਹ ਕਰ ਰਹੇ ਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਨੂੰ ਜਿਹੜੀ ਬਹੁਤ ਵੱਡੀ ਡੀਂਗਾ ਮਾਰ ਰਹੇ ਸੀਗੇ ਕਿ ਅਸੀਂ 200 ਤੋਂ ਉੱਪਰ ਇੱਥੇ ਸੀਟਾਂ ਲੈ ਜਾਵਾਂਗੇ, ਕੋਈ ਵੀ ਐਗਜ਼ਿਟ ਪੋਲ ਜਿਹੜਾ ਹੈਗਾ ਉਹਨਾਂ ਨੂੰ ਇਹ ਜਿੱਤ ਦਿਖਾ ਨਹੀਂ ਰਿਹਾ, ਔਰ ਸਗੋਂ ਬਹੁਤੇ ਐਗਜ਼ਿਟ ਪੋਲ ਉੱਥੋਂ ਹਾਰੀ ਹੋਈ ਬੀਜੇਪੀ ਦੇ ਜਿਹੜੇ ਨੇ ਉਹ ਅੰਕੜੇ ਦਿਖਾ ਰਹੇ ਨੇ। ਸੋ ਇਸ ਕਰਕੇ ਬੀਜੇਪੀ ਨੂੰ ਅੱਜ ਸੋਚਣ ਦੀ ਲੋੜ ਹੈ ਕਿ ਅਸੀਂ ਕਿਉਂ ਹਾਰ ਰਹੇ ਹਾਂ, ਕਿਉਂ ਅਸੀਂ ਬੈਕਫੁੱਟ ਤੇ ਅੱਜ ਚਲੇ ਗਏ ਹਾਂ। ਸੋ ਆਉਣ ਵਾਲਾ ਸਮਾਂ ਵੀ ਮੈਨੂੰ ਲੱਗਦਾ ਹੈ ਕਿ ਜਿਉਂ-ਜਿਉਂ ਕਿਸਾਨੀ ਸੰਘਰਸ਼ ਵਧੇਗਾ, ਜਿਉਂ-ਜਿਉਂ ਮੈਨੂੰ ਲੱਗਦਾ ਹੈ ਕਿ ਬੀਜੇਪੀ ਦਾ ਸਫਾਇਆ ਹਿੰਦੁਸਤਾਨ ਦੇ ਵਿੱਚ ਹੋਏਗਾ। ਇਹੀ ਮੈਨੂੰ ਭਵਿੱਖਬਾਣੀ ਹਿੰਦੁਸਤਾਨ ਦੀ ਲੱਗਦੀ ਹੈ। ਸੁਖਵਿੰਦਰ ਜੀ ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ-ਬਹੁਤ ਧੰਨਵਾਦ ਸਮਾਂ ਦੇ ਲਈ। ਬਹੁਤ-ਬਹੁਤ ਮਿਹਰਬਾਨੀ, ਸ਼ੁਕਰੀਆ। ਸੋ ਮੇਰੇ ਨਾਲ ਸਿੱਧੇ ਸਵਾਲ ਪ੍ਰੋਗਰਾਮ 'ਚ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਚੋਣ ਨਤੀਜੇ ਦੱਸਣਗੇ ਕਿ ਭਾਜਪਾ ਦਾ ਕੀ ਹਸ਼ਰ ਹੋਏਗਾ, ਪਰ ਸੁਪਰੀਮ ਕੋਰਟ ਨੇ ਜਿਹੜੀ ਫਟਕਾਰ ਕੇਂਦਰ ਸਰਕਾਰ ਨੂੰ ਲਗਾਈ ਹੈ ਉਹ ਤੋਂ ਸ਼ਾਇਦ ਸਰਕਾਰ ਦੇ ਕੰਨਾਂ ਤੇ ਜੂੰ ਸਰਕੇ ਇਹਨਾਂ ਨੂੰ ਪਤਾ ਲੱਗੇ ਕਿ ਆਖਿਰਕਾਰ ਲੋਕਾਂ ਦੀਆਂ ਮੌਤਾਂ ਦੇ ਉੱਤੇ ਸਿਆਸਤ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਇਸ ਜਿਹੜੀ ਮਹਾਮਾਰੀ ਹੈ ਇਹਦੇ ਵਿੱਚ ਲੋਕਾਂ ਦੀ ਲੁੱਟ ਜਿਹੜੀ ਆ ਉਹ ਸ਼ਰੇਆਮ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਵੀਡੀਓ ਬਣਾ ਕੇ ਵਾਇਰਲ ਕਰਦਾ ਹੈ ਕਿ ਲੋਕਾਂ ਦੇ ਨਾਲ ਕਿਵੇਂ ਇਸ ਪੈਂਡੈਮਿਕ ਦੇ ਵਿੱਚ ਧੱਕਾ ਹੋ ਰਿਹਾ ਹੈ ਤਾਂ ਉਹਦੇ ਉੱਤੇ ਤੁਸੀਂ ਕੇਸ ਨਹੀਂ ਕਰ ਸਕਦੇ। ਸੋ ਸਮਝ ਲੈਣਾ ਚਾਹੀਦਾ ਸਾਰਿਆਂ ਨੂੰ ਕਿ ਸਿਹਤ ਸਹੂਲਤਾਂ ਸਭ ਤੋਂ ਅਹਿਮ ਨੇ। ਸਰਕਾਰਾਂ ਤੋਂ ਕੁਝ ਮੰਗਣਾ ਹੈ ਤਾਂ ਤੁਸੀਂ ਸਿਹਤ ਮੰਗੋ, ਸਿੱਖਿਆ ਮੰਗੋ, ਨਾ ਕਿ ਉਹਨਾਂ ਦੇ ਕੋਲੋਂ ਫ੍ਰੀ ਸਹੂਲਤ ਕੋਈ ਇਹੋ ਜਿਹੀ ਮੰਗੋ ਜਿਹਦੇ ਨਾਲ ਤੁਹਾਡਾ ਜਿਹੜਾ ਬੁਨਿਆਦੀ ਅਧਿਕਾਰ ਨੇ ਉਹ ਤੁਹਾਡੇ ਤੋਂ ਖੁੱਸ ਜਾਣ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।